ਸ਼ੂਟਰ ਦੀਪਕ ਮੁੰਡੀ ਨੂੰ 10 ਵਜੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਮਾਨਸਾ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਗ੍ਰਿਫਤਾਰੀ ਹੋ ਚੁੱਕੀ ਹੈ। ਉਸ ਦੇ ਨਾਲ ਉਸਦੇ ਦੋ ਹੋਰ ਸਾਥੀ ਵੀ ਗ੍ਰਿਫਤਾਰ ਹੋਏ ਨੇ। ਥੋੜੀ ਦੇਰ ਦੇ ਵਿੱਚ ਪੁਲਿਸ ਮੈਡੀਕਲ ਦੇ ਲਈ ਇਹਨਾਂ ਤਿੰਨਾਂ ਨੂੰ ਲੈ ਕੇ ਜਾਵੇਗੀ। ਮੁੰਡੀ ਦੇ ਦੋਵੇਂ ਸਾਥੀ ਰਜਿੰਦਰ ਜੋਕਰ ਤੇ ਕਪਿਲ ਪੰਡਿਤ ਨੂੰ ਵੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਸੂਤਰਾਂ ਮੁਤਾਬਕ ਪੁਲਿਸ 10 ਦਿਨ ਦੇ ਰਿਮਾਂਡ ਦੀ ਮੰਗ ਕਰੇਗੀ। ਕੱਲ नेपाल ਦੇ ਚਾਪਾ ਪਿੰਡ ਤੋਂ ਇਹਨਾਂ ਦੀ ਗ੍ਰਿਫਤਾਰੀ ਹੋਈ ਹੈ। ਜੋਕਰ ਤੇ ਕਪਿਲ ਪੰਡਿਤ ਨੇ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸੀ ਤੇ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਲਾ 6ਵਾਂ ਸ਼ੂਟਰ ਦੀਪਕ ਮੁੰਡੀ ਜੋ ਲਗਾਤਾਰ ਫਰਾਰ ਚੱਲ ਰਿਹਾ ਸੀ ਉਸ ਦੀ ਵੀ ਗ੍ਰਿਫਤਾਰੀ ਹੋ ਚੁੱਕੀ ਹੈ। ਦੀਪਕ ਮੁੰਡੀ ਤੇ ਉਸਦੇ ਦੋਵੇਂ ਸਾਥੀਆਂ ਨੂੰ ਥੋੜੀ ਦੇਰ ਦੇ ਵਿੱਚ ਮੈਡੀਕਲ ਦੇ ਲਈ ਪੁਲਿਸ ਲੈ ਕੇ ਜਾਵੇਗੀ ਤੇ ਕਰੀਬ 10 ਵਜੇ ਮਾਨਸਾ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ ਤੇ ਸੂਤਰਾਂ ਮੁਤਾਬਕ ਮਾਨਸਾ ਪੁਲਿਸ 10 ਦਿਨ ਦੇ ਰਿਮਾਂਡ ਦੀ ਮੰਗ ਕਰੇਗੀ। ਦੀਪਕ ਮੁੰਡੀ ਤੋਂ ਪੁੱਛਗਿੱਛ ਦੇ ਦੌਰਾਨ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। 3 ਮਹੀਨੇ ਤੋਂ ਜ਼ਿਆਦਾ ਦਾ ਸਮਾਂ ਕਤਲ ਦੀ ਵਾਰਦਾਤ ਤੋਂ ਬਾਅਦ ਇਹ ਫਰਾਰ ਰਿਹਾ ਹੈ। ਜਗ੍ਹਾ ਜਗ੍ਹਾ ਟਿਕਾਣੇ ਬਦਲੇ ਨੇ। ਕਿਸ ਨੇ ਪਨਾਹ ਦਿੱਤੀ, ਕਿਵੇਂ ਕਿੱਥੇ ਰੁਕਿਆ, ਕਿਸ ਦੇ ਵੱਲੋਂ ਮਦਦ ਕੀਤੀ ਗਈ, ਗੋਲਡੀ ਬਰਾੜ ਦੇ ਕਿਵੇਂ ਸੰਪਰਕ ਦੇ ਵਿੱਚ ਸੀ, ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਖੁਲਾਸੇ ਹੋਣੇ ਨੇ। ਕਤਲ ਦੀ ਵਾਰਦਾਤ ਤੋਂ ਬਾਅਦ ਲਗਾਤਾਰ ਦੀਪਕ ਮੁੰਡੀ ਫਰਾਰ ਚੱਲ ਰਿਹਾ ਸੀ। 6ਵਾਂ ਸ਼ੂਟਰ ਜੋ ਬੋਲੈਰੋ ਗੱਡੀ ਦੇ ਵਿੱਚ ਸਵਾਰ ਸੀ ਦੀਪਕ ਮੁੰਡੀ ਗ੍ਰਿਫਤਾਰ ਹੋ ਚੁੱਕਿਆ ਹੈ ਤੇ ਥੋੜੀ ਦੇਰ ਦੇ ਵਿੱਚ ਇਸ ਨੂੰ ਤੇ ਇਸ ਦੇ ਸਾਥੀਆਂ ਨੂੰ ਮੈਡੀਕਲ ਕਰਾਉਣ ਦੇ ਲਈ ਪੁਲਿਸ ਲੈ ਕੇ ਜਾਵੇਗੀ ਤੇ ਉਸ ਤੋਂ ਬਾਅਦ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਕਰੀਬ 10 ਵਜੇ ਇਹਨਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਏਗਾ ਤੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਬਲਦੇਵ ਸ਼ਰਮਾ ਸਾਡੇ ਸਹਿਯੋਗੀ ਮਾਨਸਾ ਤੋਂ ਲਾਈਵ ਜੁੜੇ ਹੋਏ ਨੇ। ਬਲਦੇਵ, ਥੋੜੀ ਦੇਰ ਦੇ ਵਿੱਚ ਇਹਨਾਂ ਨੂੰ ਮੈਡੀਕਲ ਦੇ ਲਈ ਲਿਜਾਇਆ ਜਾਵੇਗਾ ਤੇ ਫਿਰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ। ਕੀ ਕੁਝ ਪੂਰੀ ਅਪਡੇਟ? ਬਿਲਕੁਲ ਅਰਸ਼, ਦੀਪਕ ਮੁੰਡੀ, ਰਜਿੰਦਰ ਜੋਕਰ ਤੇ ਕਪਿਲ ਪੰਡਿਤ ਨੂੰ ਤਿੰਨਾਂ ਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ ਕਰਨਾ ਹੈ ਤੇ ਕੁਝ ਸਮੇਂ ਬਾਅਦ ਮੈਡੀਕਲ ਲਈ ਉਹਨਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਜਾਇਆ ਜਾਵੇਗਾ। ਉਸ ਤੋਂ ਬਾਅਦ ਡਿਊਟੀ ਮੈਜਿਸਟ੍ਰੇਟ ਦੇ ਸਾਹਮਣੇ ਉਹਨਾਂ ਨੂੰ ਪੇਸ਼ ਕੀਤਾ ਜਾਣਾ ਹੈ। ਹਾਲਾਂਕਿ ਪੁਲਿਸ 10 ਦਿਨ ਦੇ ਰਿਮਾਂਡ ਦੀ ਮੰਗ ਕਰੂਗੀ ਤੇ ਅਦਾਲਤ ਤੇ ਨਿਰਭਰ ਹੈ ਕਿੰਨੇ ਦਿਨ ਦਾ ਰਿਮਾਂਡ ਮਿਲਦਾ। ਪੁਲਿਸ ਨੇ 100 ਦੇ ਕਰੀਬ ਸਵਾਲ ਹੈ ਜਿਹੜੇ ਉਹ ਬਣਾ ਰੱਖੇ ਆ ਜਿਨ੍ਹਾਂ ਦੇ ਲਈ ਇਹਨਾਂ ਤੋਂ ਪੁੱਛਗਿੱਛ ਕਰਨੀ ਹੈ ਕਿਉਂਕਿ ਕਈ ਵਾਰ ਟਿਕਾਣੇ ਆ ਜਿਹੜਾ ਦੀਪਕ ਮੁੰਡੀ ਬਦਲਦਾ ਰਿਹਾ। ਪਹਿਲਾਂ ਅੰਮ੍ਰਿਤਸਰ ਦੇ ਲਾਗੇ ਇਹ ਠਹਿਰਿਆ ਹੋਇਆ ਸੀ ਜਿੱਥੇ ਮਾਨਸਾ ਪੁਲਿਸ ਨੂੰ ਸੂਹ ਮਿਲੀ ਸੀ, ਪਰ ਕੁਝ ਸਮਾਂ ਪਹਿਲਾਂ ਉੱਥੋਂ ਨਿਕਲ ਗਿਆ ਸੀ। ਉਸ ਤੋਂ ਬਾਅਦ ਇਹ ਕਈ ਸਟੇਟ ਬਦਲ ਕੇ ਨੇਪਾਲ ਬਾਰਡਰ ਤੇ ਪਹੁੰਚਦਾ ਤੇ ਕਰੀਬ ਪੁਲਿਸ ਸੂਤਰ ਦੱਸਦੇ ਕਿ ਅੱਧਾ ਦਰਜਨ ਦੇ ਕਰੀਬ ਲੋਕਾਂ ਦੀ ਗ੍ਰਿਫਤਾਰੀ ਤੈਅ ਹੈ ਜਿੱਥੇ ਦੀਪਕ ਮੁੰਡੀ ਆਪਣੀ ਜਿਹੜੀ ਪਨਾਹ ਲਈ ਬੈਠਾ ਸੀ। ਹਾਲਾਂਕਿ ਲਾਰੈਂਸ ਬਿਸ਼ਨੋਈ ਜੱਗੂ ਭਗਵਾਨਪੁਰੀਆ ਦੇ ਸਾਹਮਣੇ ਵੀ ਬਿਠਾ ਕੇ ਪੁੱਛਤਾਛ ਕਰਨੀ ਹੈ ਕਿਉਂਕਿ ਅਹਿਮ ਸ਼ੂਟਰ ਹੈ ਦੀਪਕ ਮੁੰਡੀ ਸਿੱਧੂ ਮੂਸੇਵਾਲੇ ਨੂੰ ਕਤਲ ਕਰਨ ਦੇ ਲਈ। ਇਸ ਕਰਕੇ ਦੀਪਕ ਮੁੰਡੀ ਦੀ ਗ੍ਰਿਫਤਾਰੀ ਅਹਿਮ ਹੈ ਤੇ ਕੁਝ ਸਮੇਂ ਬਾਅਦ ਉਹਨੂੰ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ ਕਰਨਾ। ਜੀ ਬਲਦੇਵ, ਮੈਡੀਕਲ ਕਰਾਇਆ ਜਾਵੇਗਾ ਤੇ ਫਿਰ ਅਦਾਲਤ 'ਚ ਪੇਸ਼ ਕੀਤਾ ਜਾਏਗਾ। ਪੁਲਿਸ 10 ਦਿਨ ਦੇ ਰਿਮਾਂਡ ਦੀ ਮੰਗ ਕਰੇਗੀ, ਇਹ ਵੀ ਜਾਣਕਾਰੀ ਮਿਲ ਰਹੀ ਹੈ। ਤੇ ਕੀ ਰਿਮਾਂਡ ਤੋਂ ਬਾਅਦ ਮਾਨਸਾ ਦੇ ਵਿੱਚ ਹੀ ਪੁੱਛਗਿੱਛ ਕੀਤੀ ਜਾਵੇਗੀ ਜਾਂ ਫਿਰ ਇਹਨਾਂ ਨੂੰ ਖਰੜ ਲਿਜਾਇਆ ਜਾਵੇਗਾ ਜਾਂ ਫਿਰ ਇਸ ਨੂੰ ਲੈ ਕੇ ਅਜੇ ਕੋਈ ਫੈਸਲਾ ਨਹੀਂ ਹੋਇਆ? ਦੇਖੋ, ਪੁਲਿਸ ਨੇ ਲੰਮੀ ਚੌੜੀ ਲਿਸਟ ਹੈ ਜਿਹੜੀ ਤਿਆਰ ਕੀਤੀ ਹੈ। ਜਿੱਥੋਂ ਤੱਕ ਮਾਨਸਾ ਰੱਖਣ ਦਾ ਸਵਾਲ ਹੈ, ਇਸ ਤੋਂ ਪਹਿਲਾਂ ਜਿੰਨੇ ਵੀ ਸ਼ੂਟਰ ਫੜੇ ਆ ਜਾਂ ਇਸ ਕਤਲ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਆ ਪਹਿਲਾਂ ਉਹਨਾਂ ਨੂੰ ਖਰੜ ਲਿਜਾਇਆ ਗਿਆ। ਇਸ ਵਾਰ ਲੱਗਦਾ ਕਿ ਮਾਨਸਾ ਪੁਲਿਸ ਅੱਜ ਦਾ ਦਿਨ ਕਰੀਬ ਹੋ ਸਕਦਾ, ਪੁਲਿਸ ਸੂਤਰਾਂ ਤੋਂ ਪਤਾ ਲੱਗਿਆ ਕਿ ਅੱਜ ਦਾ ਦਿਨ ਉਹਨਾਂ ਨੂੰ CIA ਰੱਖਣਗੇ। ਹੋ ਸਕਦਾ ਉਸ ਤੋਂ ਬਾਅਦ ਉਹਨਾਂ ਨੂੰ ਖਰੜ ਲਿਜਾਇਆ ਜਾਵੇ ਕਿਉਂਕਿ ਆਮਣੇ ਸਾਹਮਣੇ ਜਿਹੜੀ ਪੁੱਛਗਿੱਛ ਕਰਨੀ ਹੈ ਉਹ ਖਰੜ ਦੇ ਵਿੱਚ ਹੀ ਹੋ ਸਕਦੀ ਹੈ। ਪੁਲਿਸ ਪਹਿਲਾਂ ਜਿਹੜਾ 100 ਦੇ ਕਰੀਬ ਸਵਾਲ ਹੈ ਜਿਹੜੇ ਤਿਆਰ ਕੀਤੇ ਹੈ ਉਹਨਾਂ ਦੇ ਤੋਂ ਜਿਹੜਾ ਜਵਾਬ ਹੈ ਮੰਗੇਗੀ ਜੇ ਪੁਲਿਸ ਰਿਮਾਂਡ ਤੋਂ ਬਾਅਦ। ਜੀ ਤਿੰਨਾਂ ਨੂੰ ਅਦਾਲਤ ਦੇ ਵਿੱਚ ਥੋੜੀ ਦੇਰ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਪਹਿਲਾਂ ਮੈਡੀਕਲ ਕਰਵਾਇਆ ਜਾਵੇਗਾ ਤੇ ਫਿਰ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਏਗਾ। ਪੁਲਿਸ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਬਲਦੇਵ, ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ, ਕਰੀਬੀਆਂ ਦੇ ਨਾਲ ਕੋਈ ਤੁਹਾਡੀ ਗੱਲਬਾਤ ਹੋਈ ਹੈ ਇਸ ਸਭ ਨੂੰ ਲੈ ਕੇ? ਦੇਖੋ, ਜਿੱਥੋਂ ਤੱਕ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੀ ਗੱਲ ਹੈ, ਸਿੱਧੂ ਮੂਸੇਵਾਲੇ ਦਾ ਪਿਤਾ ਹਰ ਐਤਵਾਰ ਹੈ ਜਿਹੜਾ ਲੋਕਾਂ ਨੂੰ ਸੰਬੋਧਨ ਕਰਦਾ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਉਹਦੀ ਸਮਾਰਕ ਤੇ ਹਵੇਲੀ ਦੇ ਵਿੱਚ ਲੋਕ ਪਹੁੰਚਦੇ ਆ ਤੇ ਮੀਡੀਆ ਨਾਲ ਉਹ ਹਜੇ ਤੱਕ ਗੱਲ ਨਹੀਂ ਕਰ ਰਹੇ, ਪਰ ਉਸ ਸਪੀਚ ਦੇ ਵਿੱਚ ਦੀਪਕ ਮੁੰਡੀ ਤੇ ਹੋਰ ਜਿਹੜੇ ਸ਼ੂਟਰ ਹੈ ਗ੍ਰਿਫਤਾਰ ਕੀਤੇ ਆ ਲੋਕ ਉਹਨਾਂ ਬਾਰੇ ਜ਼ਰੂਰ ਟਿੱਪਣੀ ਕਰੂਗਾ। ਉਸ ਤੇ ਵੀ ਸਾਡੀ ਨਜ਼ਰ ਰਹੂਗੀ। ਫਿਲਹਾਲ ਮਾਨਸਾ ਪੁਲਿਸ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕਰ ਰਹੀ ਹੈ ਤੇ ਕੁਝ ਸਮੇਂ ਬਾਅਦ ਮਾਨਸਾ ਦੇ ਸਿਵਲ ਹਸਪਤਾਲ ਇਹਨਾਂ ਨੂੰ ਲਿਜਾਇਆ ਜਾ ਰਿਹਾ ਹੈ। ਜੀ ਸ਼ੁਕਰੀਆ ਬਲਦੇਵ ਪੂਰੀ ਜਾਣਕਾਰੀ ਦੇ ਲਈ। ਤਾਂ ਥੋੜੀ ਹੀ ਦੇਰ ਦੇ ਵਿੱਚ ਇਹਨਾਂ ਨੂੰ ਮੈਡੀਕਲ ਦੇ ਲਈ ਲਿਜਾਇਆ ਜਾਵੇਗਾ। ਦੀਪਕ ਮੁੰਡੀ ਤੇ ਉਸਦੇ ਦੋਵੇਂ ਸਾਥੀ ਰਜਿੰਦਰ ਜੋਕਰ ਤੇ ਕਪਿਲ ਪੰਡਿਤ, ਇਹਨਾਂ ਤਿੰਨਾਂ ਨੂੰ ਮੈਡੀਕਲ ਕਰਵਾ ਕੇ ਕਰੀਬ 10 ਵਜੇ ਮਾਨਸਾ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਕਰੀਬ 10 ਦਿਨ ਦਾ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ ਜਿਸ ਤੋਂ ਬਾਅਦ ਜਿਵੇਂ ਸਾਡੇ ਸਹਿਯੋਗੀ ਜਾਣਕਾਰੀ ਦੇ ਰਹੇ ਨੇ ਕਿ ਕਰੀਬ 100 ਸਵਾਲ ਪੁਲਿਸ ਨੇ ਤਿਆਰ ਕੀਤੇ ਨੇ ਜਿਨ੍ਹਾਂ ਦੇ ਜਵਾਬ ਮੰਗੇ ਜਾਣਗੇ ਦੀਪਕ ਮੁੰਡੀ ਤੋਂ।
ਪੁੱਛਗਿੱਛ ਕੀਤੀ ਜਾਏਗੀ। ਉਧਰ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਵੀ ਸਾਡੇ ਸਹਿਯੋਗੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ। ਹਰ ਐਤਵਾਰ ਨੂੰ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਲੋਕਾਂ ਨੂੰ ਮਿਲਦੇ ਨੇ, ਲੋਕਾਂ ਨੂੰ ਸੰਬੋਧਨ ਕਰਦੇ ਨੇ ਤੇ ਅੱਜ ਐਤਵਾਰ ਦਾ ਦਿਨ ਹੈ। ਕੀ ਕੁਝ ਕਹਿੰਦੇ ਨੇ ਉਸ ਦੇ ਉੱਤੇ ਵੀ ਨਿਊਜ਼ 18 ਦੀ ਨਜ਼ਰ ਬਣੀ ਰਹੇਗੀ। ਉਧਰ ਦੀਪਕ ਮੁੰਡੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ। ਨੇਪਾਲ ਦੇ ਵਿੱਚੋਂ ਗ੍ਰਿਫਤਾਰੀ ਹੋਈ ਹੈ। ਨੇਪਾਲ ਤੋਂ ਕਜ਼ਾਖਸਤਾਨ ਭੱਜਣ ਦੀ ਫਿਰਾਕ ਦੇ ਵਿੱਚ ਸੀ। ਨਕਲੀ ਪਾਸਪੋਰਟ ਦੇ ਜ਼ਰੀਏ ਭੱਜਣ ਦੀ ਤਿਆਰੀ ਸੀ, ਲੇਕਿਨ ਉਸ ਤੋਂ ਪਹਿਲਾਂ ਗ੍ਰਿਫਤਾਰੀ ਹੋ ਗਈ। ਗੋਲਡੀ ਬਰਾੜ ਨੇ ਹੀ ਨੇਪਾਲ ਦੇ ਵਿੱਚ ਇਹਨਾਂ ਨੂੰ ਠਹਿਰਾਇਆ ਸੀ। ਇਹ ਸੂਤਰਾਂ ਦੇ ਮੁਤਾਬਕ ਜਾਣਕਾਰੀ ਹੈ। ਮੁੰਡੀ ਦੇ ਦੋਵੇਂ ਸਾਥੀ ਜੋਕਰ ਤੇ ਪੰਡਿਤ ਨੂੰ ਵੀ ਸ਼ੈਲਟਰ ਦਵਾਈ ਸੀ। ਚਾਪਾ ਪਿੰਡ ਦੇ ਵਿੱਚ ਪੂਰਾ ਇੰਤਜ਼ਾਮ ਕਰਵਾਇਆ ਗਿਆ ਸੀ ਤਾਂ ਉੱਥੋਂ ਕਜ਼ਾਖਸਤਾਨ ਭੱਜਣ ਦੀ ਇਹਨਾਂ ਦੀ ਤਿਆਰੀ ਸੀ। ਨਕਲੀ ਪਾਸਪੋਰਟ ਦੇ ਜ਼ਰੀਏ ਕਜ਼ਾਖਸਤਾਨ ਭੱਜਣ ਦੀ ਤਿਆਰੀ ਸੀ, ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਹੱਥ ਆ ਗਏ ਨੇ। ਦੀਪਕ ਮੁੰਡੀ ਤੇ ਉਸਦੇ ਦੋਵੇਂ ਸਾਥੀ ਰਜਿੰਦਰ ਜੋਕਰ ਤੇ ਕਪਿਲ ਪੰਡਿਤ ਗ੍ਰਿਫਤਾਰ ਹੋ ਚੁੱਕੇ ਨੇ। ਵੱਡਾ ਖੁਲਾਸਾ ਇਸ ਮਾਮਲੇ ਦੇ ਵਿੱਚ ਦੇਸ਼ ਤੋਂ ਫਰਾਰ ਹੋਣ ਦੀ ਇਹਨਾਂ ਦੀ ਤਿਆਰੀ ਸੀ। ਨਕਲੀ ਪਾਸਪੋਰਟ ਦੇ ਜ਼ਰੀਏ ਕਜ਼ਾਖਸਤਾਨ ਭੱਜਣ ਦੀ ਇਹਨਾਂ ਦੀ ਤਿਆਰੀ ਸੀ, ਲੇਕਿਨ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਕਾਬੂ ਕਰ ਲਏ ਨੇ। ਤਿੰਨੇ ਮਾਨਸਾ ਲਿਆਂਦਾ ਗਿਆ ਹੈ। ਥੋੜੀ ਹੀ ਦੇਰ ਦੇ ਵਿੱਚ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ ਤੇ ਪੁੱਛਗਿੱਛ ਦੌਰਾਨ ਇਹਨਾਂ ਤੋਂ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ। ਮਨੋਜ ਰਾਠੀ ਸਾਡੇ ਸਹਿਯੋਗੀ ਲਾਈਵ ਜੁੜੇ ਹੋਏ ਨੇ। ਮਨੋਜ, ਕੀ ਕੁਝ ਤੁਹਾਡੇ ਕੋਲ ਪੂਰੀ ਜਾਣਕਾਰੀ? ਦੇਸ਼ ਛੱਡ ਕੇ ਫਰਾਰ ਹੋਣ ਦੀ ਤਿਆਰੀ ਸੀ। ਇਸ ਤੋਂ ਪਹਿਲਾਂ ਵੀ ਕਈ ਸਾਰੇ ਮੁਲਜ਼ਮ ਇਸੇ ਕੇਸ ਦੇ ਫਰਾਰ ਹੋਏ ਨੇ। देखो हरदीप, जिदा तुसी भी जिक्र किया कि इस तरह की कि इन्हें प्लैनिंग की सी, क्योंकि एक शार्प शूटर कला रह गया सीगा दीपक मुंडी, जो कि हजे तक फरार चल रहा सीगा सिद्धू मूसेवाले मामले 'ਚ। हालांकि उस वेले जब 29 मई ਨੂੰ ਇਹ ਮਰਡਰ ਹੋਇਆ ਸੀ, ਦੀਪਕ ਮੁੰਡੀ ਖੁਦ ਉੱਥੇ ਮੌਜੂਦ ਸੀ। ਪ੍ਰੇਵਤ ਫੌਜੀ ਦੇ ਨਾਲ ਬਲੈਰੋ ਗੱਡੀ ਸੀਗਾ 9mm ਦੀ ਪਿਸਟਲ ਨਾਲ, ਕਿਉਂਕਿ ਸਾਰੇ ਸ਼ਾਰਪ ਸ਼ੂਟਰਸ ਨੇ ਇੱਕ ਇੱਕ ਕਰਕੇ ਗੋਲੀਆਂ ਜਿਹੜੀ ਹੈਗੀ ਉਹ ਮਾਰੀ ਸੀ। ਤਾਬੜਤੋੜ ਗੋਲੀਆਂ ਫਾਇਰਿੰਗ ਹੋਈ ਸੀ। ਸਭ ਤੋਂ ਪਹਿਲਾਂ ਮਨੂ ਖੁਸਾ ਨੇ AK-47 ਤੋਂ, ਉਸ ਤੋਂ ਬਾਅਦ 9mm ਪਿਸਟਲ ਤੋਂ ਸਾਰਿਆਂ ਨੇ ਗੋਲੀ ਮਾਰੀ ਇੱਕ ਇੱਕ ਵਾਰ ਕਰਕੇ। ਦੀਪਕ ਮੁੰਡੀ ਵੀ ਉਹਦੇ ਵਿੱਚ ਸ਼ਾਮਿਲ ਸੀਗਾ ਤੇ ਹੁਣ ਜਦ ਉਹਦੀ ਗ੍ਰਿਫਤਾਰੀ ਹੋਈ ਹੈ ਤੇ ਕਈ ਜਿਹੜੀ ਚੀਜ਼ਾਂ ਉਹ ਖੁੱਲ੍ਹ ਸਾਹਮਣੇ ਆਈ ਹੈ। ਪਹਿਲੀ ਜਿਹੜੀ ਗੱਲ ਪੁਲਿਸ ਸੋਰਸ ਜਿਹੜੀ ਜਾਣਕਾਰੀ ਦੇ ਰਹੇ ਕਿ ਫੇਕ ਪਾਸਪੋਰਟ ਬਣਾ ਕੇ ਇਹ ਭੱਜਣ ਦੀ ਤਿਆਰੀ ਸੀਗੇ ਕਜ਼ਾਕਿਸਤਾਨ। ਦੂਜੀ ਗੱਲ, ਜਿਹੜਾ ਗੋਲਡੀ ਬਰਾੜ ਹੈ ਉਹ ਲਗਾਤਾਰ ਇਹਨਾਂ ਦੇ ਸੰਪਰਕ ਸੀਗਾ। ਜਾਪਾ ਜਿਹੜਾ ਪਿੰਡ ਹੈ ਨੇਪਾਲ ਦੇ ਈਸਟਰਨ ਪਾਰਟ 'ਚ ਪੜਦਾ ਜਾਪਾ, ਉੱਥੇ ਇਹਨਾਂ ਨੂੰ ਸ਼ੈਲਟਰ ਦਿੱਤਾ ਹੋਇਆ ਸੀਗਾ। ਲੇਕਿਨ ਥੋੜੇ ਦਿਨ ਪਹਿਲਾਂ ਹੀ ਰਜਿੰਦਰ ਜੋਕਰ ਜਿਹੜਾ ਉੱਥੇ ਪਹੁੰਚਦਾ ਹੈ, ਸਾਰੀ ਤਿਆਰੀਆਂ ਕਰਦਾ ਹੈ, ਪੂਰੀ ਰੈਕੀ ਕਰਦਾ ਹੈ, ਸ਼ੈਲਟਰ ਦਾ ਅਰੇਂਜਮੈਂਟ ਕਰਦਾ ਹੈ ਗੋਲਡੀ ਬਰਾੜ ਦੇ ਕਹਿਣ ਤੇ। ਉਸ ਤੋਂ ਬਾਅਦ ਕਪਿਲ ਪੰਡਿਤ ਤੇ ਦੀਪਕ ਮੁੰਡੀ ਨੂੰ ਉੱਥੇ ਬੁਲਾਇਆ ਜਾਂਦਾ, ਯਾਨੀ ਕਿ ਪੂਰੀ ਤਿਆਰੀ ਕਿ ਫੇਕ ਪਾਸਪੋਰਟ ਤੁਸੀਂ ਬਣਾਓ ਤੇ ਸਿੱਧਾ ਤੁਸੀਂ ਉੱਥੇ ਭੱਜ ਜਾਓ, ਕਿਉਂਕਿ ਤੁਹਾਨੂੰ ਕੋਈ ਜਿਹੜਾ ਹੈਗਾ ਫੜਨ ਵਾਲਾ ਨਹੀਂ। ਬਹੁਤ ਸ਼ਾਤਿਰ ਹੈ ਦੀਪਕ ਮੁੰਡੀ, ਇਸ ਕਰਕੇ 3 ਮਹੀਨੇ ਤੋਂ ਵੀ ਵੱਧ ਸਮਾਂ ਹੋ ਚੱਲਿਆ ਇਹਦੀ ਲਗਾਤਾਰ ਭਾਲ ਕੀਤੀ ਜਾ ਰਹੀ ਸੀ, ਲੇਕਿਨ ਇਹਦਾ ਕਿਸੇ ਵੀ ਤਰ੍ਹਾਂ ਦਾ ਕੁਝ ਪਤਾ ਨਹੀਂ ਚੱਲ ਪਾਇਆ, ਕਿਉਂਕਿ ਇਹ ਪੰਜਾਬ 'ਚ ਵੀ ਕਾਫੀ ਟਾਈਮ ਰਿਹਾ ਹੈ, ਠਿਕਾਣੇ ਲਗਾਤਾਰ ਬਦਲਦਾ ਰਿਹਾ। ਉਸ ਤੋਂ ਬਾਅਦ ਹਰਿਆਣਾ 'ਚ ਵੀ ਰਿਹਾ, ਉਸ ਤੋਂ ਬਾਅਦ ਰਾਜਸਥਾਨ 'ਚ ਵੀ ਰਿਹਾ, ਦਿੱਲੀ 'ਚ ਵੀ ਰਿਹਾ ਤੇ ਲਗਾਤਾਰ ਹੁਣ ਪੁਲਿਸ ਬਹੁਤ ਵੱਡੀ ਜਿਹੜੀ ਹੈਗੀ ਖੁਲਾਸਾ ਕਰਨ ਵਾਲੀ ਹੈ। ਇਹ ਲਿਸਟ ਤਿਆਰ ਕੀਤੀ ਜਾ ਰਹੀ ਹੈ। ਹੁਣੇ ਪੁਲਿਸ ਸੋਰਸਿਸ ਨਾਲ ਸਾਡੀ ਗੱਲਬਾਤ ਹੋਈ ਹੈ ਕਿ ਇੱਕ ਲਿਸਟ ਤਿਆਰ ਕੀਤੀ ਜਾ ਰਹੀ ਹੈ ਸਵਾਲਾਂ ਦੀ। 10 ਦਿਨ ਦਾ ਰਿਮਾਂਡ ਜਿਹੜਾ ਮੰਗਿਆ ਜਾਏਗਾ ਇਹਨਾਂ ਦਾ, ਜਿਹੜਾ ਦੀਪਕ ਮੁੰਡੀ ਹੈ, ਕਪਿਲ ਪੰਡਿਤ ਹੈ ਤੇ ਜੋਕਰ ਹੈ, ਇਹਨਾਂ ਦਾ 10 ਦਿਨ ਦਾ ਰਿਮਾਂਡ ਮੰਗਿਆ ਜਾਏਗਾ। ਲੇਕਿਨ ਉਸ ਤੋਂ ਇਲਾਵਾ ਇੱਕ ਲਿਸਟ ਜਿਹੜੀ ਹੈ ਉਹ ਐਂਟੀ ਗੈਂਗਸਟਰ ਟੀਮ ਤੇ ਪੰਜਾਬ ਪੁਲਿਸ ਮਾਨਸਾ ਇਹ ਲਿਸਟ ਤਿਆਰ ਕਰ ਰਹੀ ਹੈ। ਲਿਸਟ ਕਿਸ ਤਰ੍ਹਾਂ ਦੀ ਤਿਆਰ ਕਰ ਰਹੀ ਹੈ? ਦੀਪਕ ਮੁੰਡੀ ਦੇ ਸਵਾਲਾਂ ਨੂੰ ਲੈ ਕੇ ਸਵਾਲ ਜਵਾਬ ਹੋਣਗੇ, ਆਮਣੇ ਸਾਹਮਣੇ ਵੀ ਗੱਲਬਾਤ ਹੋਏਗੀ, ਉਹਨਾਂ ਦੀ ਪੁੱਛਗਿੱਛ ਹੋਏਗੀ। ਲਾਰੈਂਸ ਬਿਸ਼ਨੋਈ ਦੇ ਸਾਹਮਣੇ ਬਿਠਾ ਕੇ ਗੱਲਬਾਤ ਕਰਾਂਗੇ, ਪੁੱਛਗਿੱਛ ਕਰਾਂਗੇ। ਜੱਗੂ ਭਗਵਾਨਪੁਰੀਆ ਦੇ ਨਾਲ ਸਾਹਮਣੇ ਗੱਲਬਾਤ ਹੋਏਗੀ। ਲੇਕਿਨ ਉਸ ਤੋਂ ਇਲਾਵਾ ਇੱਕ ਲਿਸਟ ਜਿਹੜੀ ਤਿਆਰ ਕੀਤੀ ਹੈ, ਉਹਦੇ ਸਵਾਲਾਂ ਦੀ ਜਿਹੜੀ ਲਿਸਟ ਹੈ ਉਹ ਤਿਆਰ ਕੀਤੀ ਗਈ ਹੈ। ਉਹ ਸਵਾਲ ਕੀ ਨੇ? ਸਭ ਤੋਂ ਪਹਿਲਾ ਸਵਾਲ ਇਹੀ ਹੈ ਕਿ ਦੀਪਕ ਮੁੰਡੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ 3 ਮਹੀਨੇ ਤੋਂ ਵੀ ਵੱਧ ਸਮਾਂ ਕਿੱਥੇ ਰਿਹਾ? ਕਿਨੇ ਉਹਨਾਂ ਨੂੰ ਲੌਜਿਸਟਿਕ ਚੀਜ਼ਾਂ ਮੁਹੱਈਆ ਕਰਾਈ? ਕਿਨੇ ਪਨਾਹ ਦਿੱਤੀ? ਕਿਹੜੇ ਹੋਟਲਾਂ 'ਚ ਰਿਹਾ ਜਾਂ ਕਿਸੇ ਦੇ ਘਰ 'ਚ ਰਿਹਾ? ਜਾਂ ਸਾਰੇ ਇਹ ਜਿਹੜੀ ਫੰਡਿੰਗ ਹੈ, ਜਿਹੜੇ ਪੈਸੇ ਹੈ ਉਹ ਕਿੱਥੋਂ ਆਏ? ਕਿਉਂਕਿ ਹੁਣ ਤੱਕ ਦੀ ਜਿਹੜੀ ਗੱਲ ਸਾਹਮਣੇ ਆ ਰਹੀ ਹੈ, ਜਿਹੜੀ ਪੁੱਛਗਿੱਛ 'ਚ ਸਾਹਮਣੇ ਆਇਆ ਪ੍ਰਾਇਮਰੀ ਇਨਵੈਸਟੀਗੇਸ਼ਨ 'ਚ, ਕਿ ਗੋਲਡੀ ਬਰਾੜ ਦੇ ਨਾਲ ਲਗਾਤਾਰ ਉਹ ਸੰਪਰਕ ਸੀਗਾ, ਗੋਲਡੀ ਬਰਾੜ ਦੇ ਨਾਲ ਲਗਾਤਾਰ ਗੱਲਬਾਤ ਕਰ ਰਿਹਾ ਸੀਗਾ। ਜਿਹੜਾ 2 ਮੋਬਾਈਲ ਪਹਿਲਾਂ ਇੱਕ ਰਿਕਵਰ ਹੋਏ ਤੇ ਇੱਕ ਮੋਬਾਈਲ ਜਿਹੜਾ ਹੈ ਉਹਨਾਂ ਨੇ ਠਿਕਾਣੇ ਲਾਤਾ। ਉਹ ਜਿਹੜਾ ਮੋਬਾਈਲ ਠਿਕਾਣੇ ਲਾਇਆ, ਜਿਹੜੀ ਹੁਣ ਤੱਕ ਦੀ ਗੱਲ ਸਾਹਮਣੇ ਆਈ, ਹਾਲਾਂਕਿ ਉਹ ਵੀ ਜਲਦ ਰਿਕਵਰ ਕਰਨ ਦੀ ਗੱਲ ਕਰ ਰਹੀ ਹੈ ਪੁਲਿਸ, ਲੇਕਿਨ ਜਿਹੜਾ ਮੋਬਾਈਲ ਠਿਕਾਣੇ ਲਾਇਆ ਗਿਆ ਹੈ ਉਹਦੇ ਵਿੱਚ ਕਿਸ ਤਰ੍ਹਾਂ ਦੀ ਚੀਜ਼ਾਂ ਹੈ, ਉਹਦੇ ਵਿੱਚ ਕਿਸ ਤਰ੍ਹਾਂ ਦਾ ਡਾਟਾ ਹੈ, ਉਹਦੇ ਵਿੱਚ ਕਿਸ ਤਰ੍ਹਾਂ ਦੀ ਚੈਟਿੰਗ ਹੈ? ਕਿਉਂਕਿ ਹੁਣ ਇਹ ਜਿਹੜੇ ਮੋਬਾਈਲ ਰਿਕਵਰ ਕੀਤੇ ਇਹਦੇ ਵਿੱਚ ਵੀ ਚੈਟਿੰਗ ਹੈਗੀ ਹੈ, ਇਹਦੇ ਵਿੱਚ ਵੀ ਕਈ ਵੀਡੀਓਜ਼ ਨੇ ਜਿਹੜੇ ਕਾਫੀ ਪੁਲਿਸ ਕੋਲ ਕਾਫੀ ਜਿਹੜੀ ਹੈਗੀ ਉਹ ਸਬੂਤ ਮਿਲਣਗੇ। ਲੇਕਿਨ ਦੀਪਕ ਮੁੰਡੀ ਨੂੰ ਅਰੈਸਟ ਕਰਨ ਦਾ ਮਤਲਬ ਕੀ ਹੈ? ਅਰੈਸਟ ਕਰਨ ਦਾ ਮਤਲਬ ਇਹ ਹੈ ਕਿ ਗੋਲਡੀ ਬਰਾੜ ਤੱਕ ਪਹੁੰਚਿਆ ਜਾ ਸਕੇ, ਗੋਲਡੀ ਬਰਾੜ ਤੱਕ ਪਹੁੰਚਿਆ ਜਾ ਸਕੇ, ਵਿਦੇਸ਼ 'ਚ ਬੈਠਾ ਗੋਲਡੀ ਬਰਾੜ, ਲਿਪਿਨ ਨਹਿਰਾ ਤੱਕ ਪਹੁੰਚਿਆ ਜਾ ਸਕੇ। ਇਹ ਸਾਰੇ ਜਿਹੜੇ ਵੀ ਗੋਲਡੀ ਬਰਾੜ ਹੈ, ਲਿਪਿਨ ਨਹਿਰਾ ਹੈ, ਇਹ ਸਾਰੇ ਨਾਮਜ਼ਦ ਨੇ। ਚਾਰਜ ਸ਼ੀਟ 'ਚ ਇਹਨਾਂ ਦਾ ਨਾਂ ਹੈਗਾ, ਮਾਸਟਰਮਾਈਂਡ ਹੈ ਗੋਲਡੀ ਬਰਾੜ। ਕਿਉਂਕਿ ਸਿੱਧੂ ਮੂਸੇਵਾਲੇ ਦੇ ਮਰਡਰ ਤੋਂ ਬਾਅਦ ਦੂਜੇ ਦਿਨ ਹੀ ਗੋਲਡੀ ਬਰਾੜ ਨੇ ਜ਼ਿੰਮੇਵਾਰੀ ਲਿੱਤੀ ਸੀ। ਗੋਲਡੀ ਬਰਾੜ ਕੌਣ ਹੈ? ਲਾਰੈਂਸ ਦਾ ਖਾਸ, ਜਿਹੜਾ ਵਿਦੇਸ਼ 'ਚ ਬਹਿ ਕੇ
ਇਹ ਸਾਰਾ ਨੈਕਸਸ ਚਲਾ ਰਿਹਾ ਹੈ, ਜਿਹਦਾ ਲਿੰਕ ਸਿੱਧਾ ਆਤੰਕੀ ਰਿੰਦੇ ਦੇ ਨਾਲ ਮਿਲ ਰਿਹਾ ਹੈ, ਜਿਹਦਾ ਲਿੰਕ ਲਗਾਤਾਰ ਜਿਹੜਾ ਲਾਰੈਂਸ ਬਿਸ਼ਨੋਈ ਦੇ ਨਾਲ ਮਿਲ ਰਿਹਾ ਹੈ, ਜਿਹਦਾ ਲਿੰਕ ਲਗਾਤਾਰ ਜਿਹੜੀ ਵੀ ਰੰਗਦਾਰੀ ਮੰਗਣ ਦੀ ਗੱਲ ਆਉਂਦੀ ਹੈ ਸਾਹਮਣੇ ਪੰਜਾਬ 'ਚ ਦੂਜੇ ਸਟੇਟਾਂ 'ਚ ਵੱਡੇ ਬਿਜ਼ਨਸਮੈਨ ਜਿਹੜੇ ਉਹਨਾਂ ਨੂੰ ਰੰਗਦਾਰੀ ਮੰਗਦਾ ਹੈ, ਉਹਨਾਂ ਨੂੰ ਮਰਡਰ ਕਰਾਉਣ ਦੀ ਧਮਕੀਆਂ ਦਿੰਦਾ ਹੈ ਜਾਂ ਫਿਰ ਥ੍ਰੈਟ ਕਾਲ ਕਰਦਾ ਹੈ। ਇਹ ਗੋਲਡੀ ਬਰਾੜ ਨੂੰ ਲੈ ਕੇ ਬਹੁਤ ਵੱਡੇ ਖੁਲਾਸੇ ਕਹਿ ਸਕਦੇ ਆ ਕਿ ਹੁਣ ਪੁਲਿਸ ਕਰੂਗੀ ਤੇ ਲਗਾਤਾਰ ਪ੍ਰਾਇਮਰੀ ਇਨਵੈਸਟੀਗੇਸ਼ਨ ਜਿਹੜੀ ਹੋਈ ਹੈ ਦਿੱਲੀ ਦੇ ਸਪੈਸ਼ਲ ਸੈੱਲ ਤੇ ਪੰਜਾਬ ਪੁਲਿਸ ਨੇ ਜਿਹੜੀ ਪ੍ਰਾਇਮਰੀ ਇਨਵੈਸਟੀਗੇਸ਼ਨ ਕੀਤੀ ਉਹਦੇ ਵਿੱਚ ਕਈ ਖੁਲਾਸੇ ਵੀ ਕੀਤੇ ਹੈ। ਦੀਪਕ ਮੁੰਡੀ ਨੇ ਕਈ ਰਾਜ਼ ਜਿਹੜੇ ਆ ਉਗਲੇ ਹੈ, ਕਈ ਰਾਜ਼ ਕਿਸ ਤਰ੍ਹਾਂ ਦੇ ਉਗਲੇ ਹੈ ਕਿ ਨੇਪਾਲ ਜਿਹੜਾ ਫੇਕ ਪਾਸਪੋਰਟ ਬਣਾਉਣ ਦੀ ਜਿਹੜੀ ਸਾਜ਼ਿਸ਼ ਸੀ ਉਹ ਕੌਣ ਉਹਦਾ ਦੀ ਹੈਲਪ ਕਰ ਰਿਹਾ ਸੀਗਾ, ਕਿਹਦੇ ਹੈਲਪ ਨਾਲ ਕਿਹਦੀ ਮਦਦ ਨਾਲ ਉਹ ਫੇਕ ਪਾਸਪੋਰਟ ਬਣਾਉਣ ਦੀ ਤਿਆਰੀ ਕਰ ਰਹੇ ਸੀਗੇ, ਫੰਡਿੰਗ ਕਿੱਥੋਂ ਆ ਰਹੀ ਸੀ, ਕਿਉਂਕਿ 3 ਮਹੀਨੇ ਦਾ ਸਮਾਂ ਲਗਾਤਾਰ ਦੀਪਕ ਮੁੰਡੀ ਗਾਇਬ। ਦੀਪਕ ਮੁੰਡੀ ਨੂੰ ਫੰਡਿੰਗ ਕੌਣ ਕਰ ਰਿਹਾ, ਦੀਪਕ ਮੁੰਡੀ ਨੂੰ ਸ਼ੈ ਕੌਣ ਦੇ ਰਿਹਾ, ਦੀਪਕ ਮੁੰਡੀ ਹੋਰ ਕੀ ਸਾਜ਼ਿਸ਼ ਰਚ ਰਿਹਾ ਸੀਗਾ, ਗੋਲਡੀ ਬਰਾੜ ਹੋਰ ਕੀ ਕਰਾਣਾ ਸੀਗਾ ਗੋਲਡੀ ਬਰਾੜ ਨੇ ਦੀਪਕ ਮੁੰਡੀ ਤੋਂ। ਇਹ ਕਪਿਲ ਪੰਡਿਤ ਤੇ ਰਜਿੰਦਰ ਜੋਕਰ ਇਹ ਕਿੰਨੇ ਦਿਨਾਂ ਤੋਂ ਦੀਪਕ ਮੁੰਡੀ ਦੇ ਨਾਲ ਨੇ। ਇਹ ਬਹੁਤ ਸਾਰੀ ਚੀਜ਼ਾਂ ਨੇ, ਅਸਦੀ ਬਹੁਤ ਸਾਰੇ ਹਜੇ ਸਵਾਲ ਜਵਾਬ ਨੇ ਜੋ ਕਿ ਹਜੇ ਦੀਪਕ ਮੁੰਡੀ ਤੋਂ ਕਰਨਾ ਬਾਕੀ ਹੈ। ਹਜੇ ਦੀਪਕ ਮੁੰਡੀ ਤੋਂ ਲਗਾਤਾਰ ਪੁੱਛਗਿੱਛ ਹੋਏਗੀ ਰਿਮਾਂਡ ਤੋਂ ਬਾਅਦ। ਹੁਣ ਥੋੜੀ ਦੇਰ ਤੱਕ ਮੈਡੀਕਲ ਕਰਾਉਣ ਤੋਂ ਬਾਅਦ ਇਹਨੂੰ ਕੋਰਟ 'ਚ ਪੇਸ਼ ਕੀਤਾ ਜਾਏਗਾ ਤੇ ਇਹਨਾਂ ਨੂੰ ਕੋਰਟ 'ਚ ਪੇਸ਼ ਕਰਕੇ ਇਹਨਾਂ ਦਾ ਜਿਹੜਾ ਰਿਮਾਂਡ ਹੈ ਉਹ ਲੈਣ ਦੀ ਗੱਲ ਕੀਤੀ ਜਾ ਰਹੀ ਹੈ। ਜਿਹੜੀ ਪੁਲਿਸ ਅਧਿਕਾਰੀ ਸਾਡੇ ਨਾਲ ਗੱਲਬਾਤ ਹੋਈ ਜੀ ਮਨੋਜ ਇਹਨਾਂ ਤੋਂ ਫੋਨ ਬਰਾਮਦ ਕੀਤੇ ਗਏ ਨੇ, ਕਈ ਸਾਰੇ ਵੱਡੇ ਖੁਲਾਸੇ ਇਸ ਮਾਮਲੇ ਦੇ ਵਿੱਚ ਹੋ ਰਹੇ ਨੇ। ਇਹਨਾਂ ਨੂੰ ਜਦੋਂ ਫੜਿਆ ਗਿਆ ਹੈ, ਜਦੋਂ ਗ੍ਰਿਫਤਾਰੀ ਹੋਈ ਹੈ, ਇਹਨਾਂ ਤੋਂ ਫੋਨ ਬਰਾਮਦ ਕੀਤੇ ਗਏ ਨੇ ਤੇ ਇਹ ਵੀ ਜਾਣਕਾਰੀ ਮਿਲੀ ਹੈ ਕਿ ਲਗਾਤਾਰ ਗੋਲਡੀ ਬਰਾੜ ਦੇ ਸੰਪਰਕ ਸੀ ਤੇ ਇੱਕ ਕੋਈ ਫੋਨ ਇਹਨਾਂ ਦੇ ਵੱਲੋਂ ਟਿਕਾਣੇ ਵੀ ਲਗਾ ਦਿੱਤਾ ਗਿਆ। ਉਸ ਤੋਂ ਪਹਿਲਾਂ ਉਸ ਨੂੰ ਟਿਕਾਣੇ ਲਗਾ ਦਿੱਤਾ ਗਿਆ ਜਿਸ ਦੇ ਜ਼ਰੀਏ ਗੋਲਡੀ ਬਰਾੜ ਦੇ ਨਾਲ ਗੱਲਬਾਤ ਕਰਦੇ ਸੀ। ਇਹ ਦੋ ਚੀਜ਼ਾਂ ਸਮਝਣੀਆਂ ਚਾਹਾਂਗੇ ਕਿ ਜਿਹੜੇ ਫੋਨ ਬਰਾਮਦ ਹੋਏ ਨੇ ਉਹਨਾਂ ਚੋਂ ਕੋਈ ਜਾਂਚ ਚੱਲ ਰਹੀ ਹੈ, ਉਸ ਚੋਂ ਕੀ ਕੁਝ ਮਿਲ ਰਿਹਾ ਹੈ ਤੇ ਦੂਸਰਾ ਕੀ ਇਹਨਾਂ ਤੋਂ ਹੋਰ ਵੀ ਕੋਈ ਬਰਾਮਦਗੀ ਹੋਈ ਹੈ, ਕਿਸੇ ਕਿਸਮ ਦਾ ਹਥਿਆਰ ਮਿਲਿਆ ਹੈ। ਦੇਖੋ ਬਿਲਕੁਲ ਅਰਸ਼ਦੀਪ, ਇਹਦੇ ਵਿੱਚ ਜਿਹੜੇ 2 ਫੋਨ ਤਾਂ ਰਿਕਵਰ ਕੀਤੇ ਪੁਲਿਸ ਨੇ, ਲੇਕਿਨ ਇੱਕ ਫੋਨ ਹੋਰ ਹਜੇ ਬਾਕੀ ਹੈ ਜਿਹੜੇ ਪੁਲਿਸ ਹੋਰ ਸੀ ਜਾਣਕਾਰੀ ਦੇਣੇ ਜੋ ਕਿ ਹਜੇ ਰਿਕਵਰ ਕਰਨਾ ਬਾਕੀ ਹੈ। ਜਿਹੜਾ ਫੋਨ ਇਹਨਾਂ ਨੇ ਲੁਕੋਇਆ ਉਹਦੇ ਵਿੱਚ ਬਹੁਤ ਸਾਰੇ ਰਾਜ਼ ਨੇ। ਗੋਲਡੀ ਬਰਾੜ ਦੇ ਬਾਰੇ ਕਈ ਜਿਹੜੀ ਲੀਡਸ ਹੈ ਜਿਹੜੀ ਪੁਲਿਸ ਨੂੰ ਮਿਲ ਸਕਦੀ ਹੈ, ਪੁਲਿਸ ਨੂੰ ਜਿਹੜੀ ਇਹਦੇ ਵਿੱਚ ਕਾਫੀ ਜਿਹੜੀ ਹੈ ਉਹ ਮਦਦ ਮਿਲ ਸਕਦੀ ਹੈ ਕਿ ਜਿਹੜੇ ਵੀ ਫੋਨ ਤੇ ਇਹ ਲਗਾਤਾਰ ਗੱਲਬਾਤ ਕਰ ਰਹੇ ਸੀਗੇ, ਕਿਉਂਕਿ ਹੁਣ ਤੱਕ ਦੀ ਜਿਹੜੀ ਗੱਲਬਾਤ ਸਾਹਮਣੇ ਆਈ ਹੈ ਕਿ ਇਹ ਐਪ ਦਾ ਯੂਜ਼ ਕਰਦੇ ਆ। ਸਿਗਨਲ ਐਪ ਦੇ ਅਸੀਂ ਗੱਲ ਕਰ ਲਈਏ, WhatsApp ਦੀ ਅਸੀਂ ਗੱਲ ਕਰ ਲਈਏ, ਇਹ ਸਿੰਪਲ ਕਾਲ ਨਹੀਂ ਕਰਦੇ ਸੀਗੇ, ਇਹ WhatsApp ਜਾਂ ਸਿਗਨਲ ਐਪ ਜਿਹੜੇ ਹੈ ਜਿਸ ਤਰ੍ਹਾਂ ਦੇ ਉਹ ਜਿਹੜੇ ਟਾਕ ਹੈ ਉਹ ਹੀ ਯੂਜ਼ ਕਰਦੇ ਆ। ਤੇ ਹੁਣ ਕਿਸ ਤਰ੍ਹਾਂ ਦੀ ਚੀਜ਼ਾਂ ਇਹਨਾਂ ਕੋਲੋਂ ਰਿਕਵਰ ਹੋਈ ਹੈ। ਹਾਲਾਂਕਿ ਅੱਜ 12 ਵਜੇ DGP ਪੰਜਾਬ ਪ੍ਰੈਸ ਕਾਨਫਰੰਸ ਕਰਨਗੇ, ਹੋਰ ਵੀ ਵੱਡੇ ਖੁਲਾਸੇ ਕਿ ਕੱਲ ਇਹਨਾਂ ਤੋਂ ਕੀ ਰਿਕਵਰ ਹੋਇਆ, ਕਿਉਂਕਿ ਸਾਡੇ ਪੁਲਿਸ ਫੋਰਸਿਸ ਜਿਹੜੀ ਜਾਣਕਾਰੀ ਦੇ ਰਹੇ ਕਿ ਇਹਨਾਂ ਕੋਲੋਂ ਅਸਲਾ ਬਰਾਮਦ ਹੋਇਆ। ਤੇ ਹਾਲਾਂਕਿ ਹੁਣ DGP ਪੰਜਾਬ ਵੱਲੋਂ ਜਾਣਕਾਰੀ ਜਿਹੜੀ ਜ਼ਰੂਰ ਹੈ 12 ਵਜੇ ਕਰੀਬ ਜਿਹੜਾ ਹੈਗਾ ਉਹਨਾਂ ਵੱਲੋਂ ਪ੍ਰੈਸ ਕਾਨਫਰੰਸ ਰੱਖੀ ਗਈ ਹੈ, ਇਹ ਸਾਰੀ ਚੀਜ਼ਾਂ ਦਾ ਖੁਲਾਸਾ ਹੋਰ ਕਰੇਗਾ। ਲੇਕਿਨ ਜਿਹੜੀ ਮੋਬਾਈਲ ਦੀ ਤੁਸੀਂ ਗੱਲ ਕਰ ਰਹੇ ਹੋ, ਮੋਬਾਈਲ 'ਚ ਬਹੁਤ ਸਾਰੀ ਚੀਜ਼ਾਂ ਨੇ ਅਰਸ਼ਦੀਪ, ਬਹੁਤ ਸਾਰੇ ਇਹਦੇ ਵਿੱਚ ਰਾਜ਼ ਛੁਪੇ ਹੋਏ ਨੇ। ਇੱਕ ਮੋਬਾਈਲ ਇਹਨਾਂ ਨੇ ਲੁਕੋਇਆ ਜਿਹੜਾ ਹੁਣ ਰਿਕਵਰ ਕਰਨਾ ਬਾਕੀ ਹੈ ਤੇ ਪੁਲਿਸ ਹੁਣ ਰਿਮਾਂਡ ਦੌਰਾਨ ਇਹਨਾਂ ਨੂੰ ਲੈ ਕੇ ਜਾਏਗੀ ਜਿੱਥੇ ਇਹਨਾਂ ਨੇ ਠਿਕਾਣੇ ਬਦਲੇ, ਜਿੱਥੇ ਇਹ ਰਿਹਾ ਦੀਪਕ ਮੁੰਡੀ ਆਪਣੇ ਦੋਸਤਾਂ ਨਾਲ। ਕਿਉਂਕਿ ਪਹਿਲਾਂ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਦੀਪਕ ਮੁੰਡੀ ਨੂੰ ਜਿਹੜਾ ਅੰਮ੍ਰਿਤਸਰ ਰਿਹਾ ਜਾਂ ਤਰਨਤਾਰਨ 'ਚ ਲੁਕਿਆ ਰਿਹਾ ਹੈ, ਉੱਥੇ ਵੀ ਇਹ ਗੈਂਗਸਟਰ ਦੇ ਜਿਹੜੇ ਗੈਂਗਸਟਰ ਨੇ, ਵੱਡੇ ਗੈਂਗਸਟਰ ਨੇ, ਉਹਨਾਂ ਨੇ ਪਨਾਹ ਦਿੱਤੀ ਸੀ। ਤੇ ਹੁਣ ਇਹਨਾਂ ਤੋਂ ਪੁੱਛਗਿੱਛ ਹੋਏਗੀ ਕਿ ਕਿਹੜੇ ਗੈਂਗਸਟਰਾਂ ਨੇ ਇਹਨਾਂ ਨੂੰ ਪਨਾਹ ਦਿੱਤੀ, ਕਿਹਦੇ ਘਰ ਤੁਸੀਂ ਰਹੇ, ਫੰਡਿੰਗ ਕਿੱਥੋਂ ਹੋਈ ਹੈ, ਜਿਹੜਾ ਮੋਬਾਈਲ ਲੁਕਿਆ, ਜਿਹੜਾ ਮੋਬਾਈਲ ਹਜੇ ਰਿਕਵਰ ਕਰਨਾ ਬਾਕੀ ਹੈ ਉਹਦੇ ਵਿੱਚ ਕੀ ਚੀਜ਼ਾਂ ਹੈ ਉਹ ਰਿਕਵਰ ਕਰਨ ਦੀ ਪੂਰੀ ਕੋਸ਼ਿਸ਼ ਹੋਏਗੀ, ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਰਾਜ਼ ਨੇ, ਬਹੁਤ ਸਾਰੇ ਖੁਲਾਸੇ ਉਸ ਮੋਬਾਈਲ ਤੋਂ ਹੋਣਗੇ ਤੇ ਗੋਲਡੀ ਬਰਾੜ ਤੇ ਸ਼ਿਕੰਜਾ ਕਸਣ ਦੀ ਜਿਹੜੀ ਤਿਆਰੀ ਹੈ, ਗੋਲਡੀ ਬਰਾੜ ਤੱਕ ਪਹੁੰਚਣ ਦੀ ਜਿਹੜੀ ਤਿਆਰੀ ਹੈ ਉਹ ਪੁਲਿਸ ਵਾਸਤੇ ਬਹੁਤ ਆਸਾਨ ਹੋ ਚੁੱਕੀ ਹੈ। ਕਿਉਂਕਿ ਦੀਪਕ ਮੁੰਡੀ ਇੱਕ ਲੀਡ ਹੈ, ਦੀਪਕ ਮੁੰਡੀ ਇੱਕ ਬਹੁਤ ਵੱਡੀ ਲੀਡ ਹੈ, ਦੀਪਕ ਮੁੰਡੀ ਇੱਕ ਬਹੁਤ ਵੱਡੀ ਕਹਿ ਸਕਦੇ ਆ ਕਿ ਗੋਲਡੀ ਬਰਾੜ ਤੱਕ ਪਹੁੰਚਣ ਦੀ ਇੱਕ ਲੀਡ ਜਿਹੜੀ ਪੁਲਿਸ ਨੂੰ ਮਿਲੀ ਹੈ ਤੇ ਜਲਦੀ ਪੁਲਿਸ ਉੱਥੇ ਤੱਕ ਪਹੁੰਚੇਗੀ। ਕਿਉਂਕਿ ਸਚਿਨ ਥਾਪਨ ਤੇ ਅਨਮੋਲ ਬਿਸ਼ਨੋਈ ਜਿਹੜੇ ਵਿਦੇਸ਼ 'ਚ ਬੈਠੇ ਨੇ ਉਹਨਾਂ ਨੂੰ ਵੀ ਟ੍ਰੇਸ ਕਰ ਲਿਆ ਗਿਆ ਤੇ ਹੁਣ ਵਾਰੀ ਹੈਗੀ ਗੋਲਡੀ ਬਰਾੜ ਦੀ, ਲਿਪਿਨ ਨਹਿਰਾ ਦੀ, ਜਿਹੜੇ ਵਿਦੇਸ਼ 'ਚ ਬਹਿ ਕੇ ਇਸ ਤਰ੍ਹਾਂ ਦਾ ਨੈਕਸਸ ਚਲਾ ਰਹੇ ਹੈ, ਇਸ ਤਰ੍ਹਾਂ ਦੀ ਜਿਹੜੀ ਹੈ ਮਾਹੌਲ ਖਰਾਬ ਕਰ ਰਹੇ ਹੈ, ਜਿਸ ਤਰ੍ਹਾਂ ਦੀ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ। ਅਜਦੀਪ ਜੀ ਬਿਲਕੁਲ जुड़े रहना मनोज, इस मामले दे विच की बरामदगी हुई है, सब दी चीज़ां दे बारे जानकारी दी जाएगी। डीजीपी दे वल्लों अज प्रेस कॉन्फ्रेंस भी की जानी है 12 बजे, उस दे विच कई सारे होर खुलासे होणगे, किस तरीके दे नाल इन्हां दी गिरफ्तारी हुई है, की कुछ इन्हां तो बरामद होया है। ਤਾਂ ਦੀਪਕ ਮੁੰਡੀ ਤੇ ਉਸਦੇ ਸਾਥੀਆਂ ਨੂੰ ਥੋੜੀ ਹੀ ਦੇਰ ਦੇ ਵਿੱਚ ਮੈਡੀਕਲ ਕਰਵਾ ਕੇ ਮਾਨਸਾ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਤੇ ਪੁਲਿਸ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਪੁੱਛਗਿੱਛ ਦੌਰਾਨ ਹੋਰ ਵੱਡੇ ਖੁਲਾਸੇ ਹੋਣ ਦੀ ਇਹਨਾਂ ਤੋਂ ਉਮੀਦ ਹੈ।
ਮੁੰਡੀ ਦੀ ਗ੍ਰਿਫਤਾਰੀ ਤੋਂ ਬਾਅਦ ਗੋਲਡੀ ਬਰਾੜ ਵੀ ਖੌਫ ਦੇ ਵਿੱਚ ਨਜ਼ਰ ਆ ਰਿਹਾ ਹੈ। ਹੁਣ ਗੋਲਡੀ ਬਰਾੜ ਨੂੰ ਗ੍ਰਿਫਤਾਰੀ ਦਾ ਡਰ ਕਿਤੇ ਨਾ ਕਿਤੇ ਸਤਾ ਰਿਹਾ ਹੈ। ਗੋਲਡੀ ਬਰਾੜ ਦੀ ਫੇਸਬੁੱਕ ਪੋਸਟ ਦੇ ਵਿੱਚ ਡਰ ਨਜ਼ਰ ਆਇਆ। ਮੁੰਡੀ ਕਪਿਲ ਤੇ ਜੋਕਰ ਦੇ ਉੱਤੇ ਕੋਈ ਨਜਾਇਜ਼ ਧੱਕਾ ਨਾ ਹੋਵੇ, ਗੋਲਡੀ ਬਰਾੜ ਕਹਿ ਰਿਹਾ ਹੈ। ਮੁਲਜ਼ਮਾਂ ਤੇ ਸਿਰਫ ਬਣਦੀ ਕਾਰਵਾਈ ਕੀਤੀ ਜਾਵੇ। ਗੋਲਡੀ ਬਰਾੜ ਦੇ ਵੱਲੋਂ ਫੇਸਬੁੱਕ ਪੋਸਟ ਪਾਈ ਗਈ ਹੈ। ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ, ਲੇਕਿਨ ਲਗਾਤਾਰ ਇਹ ਪੋਸਟਾਂ ਪਾਈਆਂ ਜਾਂਦੀਆਂ ਨੇ। ਗੋਲਡੀ ਬਰਾੜ ਦੀ ਫੇਸਬੁੱਕ ਪੋਸਟ ਲਿਖਿਆ ਹੈ ਕਿ ਸਾਡੇ ਜਿਹੜੇ 3 ਭਰਾ ਨੇਪਾਲ ਬਾਰਡਰ ਤੋਂ ਫੜੇ ਗਏ ਨੇ, ਦੀਪਕ ਮੁੰਡੀ, ਪੰਡਿਤ ਜੋਕਰ, ਇਹਨਾਂ ਨੂੰ ਨੇਪਾਲ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ, ਨਾ ਕਿ ਦਿੱਲੀ ਪੁਲਿਸ ਨੇ ਤੇ ਨਾ ਹੀ ਪੰਜਾਬ ਪੁਲਿਸ ਨੇ। ਇਹਨਾਂ ਤੇ ਜੋ ਬਣਦੀ ਕਾਰਵਾਈ ਹੈ ਉਹ ਕੀਤੀ ਜਾਵੇ, ਕੋਈ ਨਜਾਇਜ਼ ਧੱਕਾ ਨਾ ਕੀਤਾ ਜਾਵੇ। ਮਨੋਜ, ਇਸ ਸਭ ਨੂੰ ਕਿਵੇਂ ਦੇਖਿਆ ਜਾਵੇ? ਇਹ ਗੋਲਡੀ ਬਰਾੜ ਦੀ ਪੋਸਟ ਆ ਜਾਂਦੀ ਹੈ, ਹਾਲਾਂਕਿ ਅਸੀਂ ਇਸ ਦੀ ਪੁਸ਼ਟੀ ਨਹੀਂ ਕਰਦੇ, ਲੇਕਿਨ ਲਗਾਤਾਰ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਇਹ ਪੋਸਟਾਂ ਸਾਹਮਣੇ ਆ ਰਹੀਆਂ ਨੇ ਤੇ ਪੋਸਟ ਦੇ ਵਿੱਚ ਲਿਖਿਆ ਗਿਆ ਹੈ ਕਿ ਦਿੱਲੀ ਪੁਲਿਸ ਤੇ ਨਾ ਹੀ ਪੰਜਾਬ ਪੁਲਿਸ ਨੇ ਗ੍ਰਿਫਤਾਰੀ ਕੀਤੀ ਹੈ, ਸਗੋਂ ਨੇਪਾਲ ਪੁਲਿਸ ਨੇ ਗ੍ਰਿਫਤਾਰੀ ਕੀਤੀ ਹੈ ਤੇ ਨਾਲ ਇਹ ਵੀ ਕਿਹਾ ਹੈ ਕਿ ਕੋਈ ਨਜਾਇਜ਼ ਧੱਕਾ ਇਹਨਾਂ ਦੇ ਨਾਲ ਨਾ ਕੀਤਾ ਜਾਵੇ, ਇਹਨਾਂ ਤੇ ਜੋ ਬਣਦੀ ਕਾਰਵਾਈ ਹੈ ਉਹੀ ਕੀਤਾ ਜਾਵੇ। ਚੀਜ਼ਾਂ ਸਮਝਣੀਆਂ ਚਾਹਾਂਗੇ ਕਿ ਗੋਲਡੀ ਬਰਾੜ ਦੀ ਜੋ ਹੁਣ ਭਾਸ਼ਾ ਕਿਤੇ ਨਾ ਕਿਤੇ ਬਦਲੀ ਨਜ਼ਰ ਆ ਰਹੀ ਹੈ, ਕਿਤੇ ਨਾ ਕਿਤੇ ਡਰ ਕਹਿ ਸਕਦੇ ਆ ਕਿ ਸਤਾ ਰਿਹਾ ਕਿ ਅਗਲਾ ਟਾਰਗੇਟ ਕੀ ਹੁਣ ਗੋਲਡੀ ਬਰਾੜ ਹੈ, ਉਸ ਤੇ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਹੋ ਰਹੀ ਹੈ। ਦੂਸਰਾ ਇਹ ਵੀ ਕਿ ਜਿਸ ਤਰੀਕੇ ਦੇ ਨਾਲ ਗ੍ਰਿਫਤਾਰੀਆਂ ਹੋ ਰਹੀਆਂ ਨੇ, ਕਾਰਵਾਈ ਹੋ ਰਹੀ ਹੈ, ਕਿਤੇ ਨਾ ਕਿਤੇ ਆਪਣਾ ਨੈਟਵਰਕ ਟੁੱਟਣ ਦਾ ਵੀ ਡਰ ਨਜ਼ਰ ਆ ਰਿਹਾ ਹੈ। ਮਨੋਜ, ਆਵਾਜ਼ ਮਿਲ ਰਹੀ ਹੈ ਤੁਹਾਨੂੰ? ਬਿਲਕੁਲ ਅਰਸ਼ਦੀਪ, ਜਿਹਦਾ ਆਪਾਂ ਗੱਲ ਕਰੀਏ ਕਿ ਕਿਸ ਤਰ੍ਹਾਂ ਦੀ ਜਿਹੜੀ ਹੁਣ ਸਿਚੁਏਸ਼ਨ ਹੋਈ ਹੈ, ਜਿਹੜੇ ਹੁਣ ਪੋਸਟ ਪਾ ਕੇ ਇਸ ਤਰ੍ਹਾਂ ਦੀ ਚੀਜ਼ਾਂ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਗੋਲਡੀ ਬਰਾੜ, ਇਹ ਕਹਿੰਦਾ ਨਜ਼ਰ ਆ ਰਿਹਾ ਹੈ ਕਿ ਇਹ ਨੇਪਾਲ ਪੁਲਿਸ ਨੇ ਫੜਿਆ, ਦੀਪਕ ਮੁੰਡੀ ਨੂੰ ਨੇਪਾਲ ਪੁਲਿਸ ਨੇ ਫੜਿਆ, ਕਪਿਲ ਪੰਡਿਤ ਨੂੰ, ਰਾਜਿੰਦਰ ਜੋਕਰ ਨੂੰ ਨੇਪਾਲ ਪੁਲਿਸ ਨੇ ਫੜਿਆ। ਦਿੱਲੀ ਪੁਲਿਸ ਤੇ ਪੰਜਾਬ ਪੁਲਿਸ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈ। ਇਹ ਡਰ ਹੈ, ਇਹ ਇਨਕਾਊਂਟਰ ਦਾ ਡਰ ਹੈ, ਇਹ ਡਰ ਹੈ ਕਿ ਸਾਡਾ ਨੈਕਸਸ ਜਿਹੜਾ ਕਿਸ ਤਰ੍ਹਾਂ ਬ੍ਰੇਕ ਹੋ ਰਿਹਾ, ਸਾਡੇ ਬੰਦੇ ਕਿਸ ਤਰ੍ਹਾਂ ਫੜੇ ਜਾ ਰਹੇ ਆ, ਸਾਡਾ ਜਿਹੜਾ ਇਹ ਚੱਲ ਰਿਹਾ, ਸਾਡਾ ਜਿਹੜਾ ਕੰਮ ਚੱਲ ਰਿਹਾ, ਜਿਹੜੀ ਇਹ ਪਲੈਨਿੰਗ ਚੱਲਦੀ ਹੈ, ਸਾਜ਼ਿਸ਼ ਚੱਲਦੀ ਹੈ, ਰੰਗਦਾਰੀ ਦਾ ਕੰਮ ਚੱਲਦਾ ਹੈ, ਇਸ ਤਰ੍ਹਾਂ ਦੀ ਬਿਜ਼ਨਸਮੈਨ ਨੂੰ, ਵੱਡੇ ਬਿਜ਼ਨਸਮੈਨ ਨੂੰ ਅਸੀਂ ਟਾਰਗੇਟ ਕਰਦੇ, ਉਹਨਾਂ ਤੋਂ ਪੈਸੇ ਜਿਹੜੇ ਆ ਲੁੱਟਦੇ ਆ, ਇਹ ਸਾਰਾ ਹੁਣ ਖਤਮ ਨਾ ਹੋ ਜੇ, ਗੋਲਡੀ ਬਰਾੜ ਤੱਕ ਸ਼ਿਕੰਜਾ ਨਾ ਪਹੁੰਚ ਜੇ, ਕਿਉਂਕਿ ਇਹ ਸਾਰਾ ਡਰ ਜਿਹੜਾ ਇਨਕਾਊਂਟਰ ਦਾ ਜਿਹੜਾ ਡਰ ਹੈ ਜਾਂ ਫਿਰ ਪਰ ਫੜੇ ਜਾਣ ਦਾ ਡਰ ਹੈ, ਉਹ ਜ਼ਰੂਰ ਸਾਫ਼ ਤੌਰ ਤੇ ਦੇਖਿਆ ਜਾ ਰਿਹਾ ਹੈ। ਗੋਲਡੀ ਬਰਾੜ ਇਸ ਤਰ੍ਹਾਂ ਦੀ ਜਿਹੜੀ ਪੋਸਟਾਂ ਪਾ ਰਿਹਾ ਹੈ ਕਿ ਨਜਾਇਜ਼ ਧੱਕਾ ਨਾ ਕੀਤਾ ਜਾਵੇ, ਜਿਹੜੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇ, ਤਾਂ ਕਹਿ ਸਕਦੇ ਹਾਂ ਹੁਣ ਪੁਲਿਸ ਦੇ ਹੱਥ ਜਿਹੜੇ ਹੈ ਲਗਾਤਾਰ ਉੱਥੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਗੋਲਡੀ ਬਰਾੜ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਗੋਲਡੀ ਬਰਾੜ ਸਿੱਧੂ ਮੂਸੇਵਾਲੇ ਦਾ ਸਭ ਤੋਂ ਪਹਿਲਾ ਮਾਸਟਰਮਾਈਂਡ ਹੈ। ਸਭ ਤੋਂ ਪਹਿਲਾਂ ਰਿਸਪੌਂਸਿਬਿਲਿਟੀ ਜਿਹਨੇ ਲਿੱਤੀ ਸੀ ਤੇ ਪੁੱਛਗਿੱਛ ਕਈ ਚੀਜ਼ਾਂ ਸਾਹਮਣੇ ਆਈ ਸੀ, ਜਿਹੜੇ ਵੀ ਫੜੇ ਗਏ ਸੀ, ਪ੍ਰੇਵਿਤ ਫੌਜੀ, ਸ਼ਾਰਪ ਸ਼ੂਟਰ ਜਿਹੜੇ ਫੜੇ ਗਏ ਸੀ, ਉਹਨਾਂ ਵੱਲੋਂ ਸਾਰਿਆਂ ਨੇ ਪੁੱਛਗਿੱਛ ਦੱਸਿਆ ਕਿ ਗੋਲਡੀ ਬਰਾੜ ਹੀ ਸਾਡਾ ਡਾਕਟਰ ਹੈ, ਗੋਲਡੀ ਬਰਾੜ ਹੀ ਸਾਡਾ ਮਾਸਟਰਮਾਈਂਡ ਹੈ। ਡਾਕਟਰ ਦਾ ਮਤਲਬ ਕਿ ਸਾਰਾ ਇਹ ਕੰਮ ਕਰਾਉਣ ਵਾਲਾ ਗੋਲਡੀ ਬਰਾੜ ਹੀ ਹੈਗਾ। ਜਿਹੜਾ ਵੀ ਆਰਡਰ ਦੇਣੇ ਸੀਗੇ, ਜਿਹੜੀ ਵੀ ਗੱਲਬਾਤ ਹੁੰਦੀ ਸੀ ਫੋਨ ਤੇ, ਉਹ ਗੋਲਡੀ ਬਰਾੜ ਕਰਦਾ ਸੀਗਾ ਕਿ ਤੁਸੀਂ ਇੱਥੇ ਜਾਣਾ ਹੈ, ਤੁਹਾਨੂੰ ਗੱਡੀਆਂ ਇਹ ਮੁਹੱਈਆ ਕਰਾਏਗਾ, ਤੁਹਾਨੂੰ ਇਹ ਗੱਡੀ ਮਿਲੇਗੀ, ਤੁਸੀਂ ਇੱਥੇ ਰਹਿਣਾ ਹੈ, ਤੁਸੀਂ ਉਸ ਤਰ੍ਹਾਂ ਦੀ ਫੰਡਿੰਗ ਕਰਨੀ ਹੈ, ਤੁਸੀਂ ਇਹ ਹਥਿਆਰ ਯੂਜ਼ ਕਰਨੇ ਹੈ, ਸਭ ਤੋਂ ਪਹਿਲਾਂ ਗੋਲੀ ਕਿਨੇ ਚਲਾਣੀ ਹੈ, ਉਸ ਤੋਂ ਬਾਅਦ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਕਿੱਥੇ ਭੱਜਣਾ ਹੈ, ਤੁਸੀਂ ਉੱਥੇ ਜਾਣਾ ਹੈ, ਤੁਸੀਂ ਇੱਧਰ ਜਾਣਾ। ਇਹ ਇੱਕ ਪੁਆਇੰਟ ਟੂ ਪੁਆਇੰਟ ਚੀਜ਼ਾਂ ਗੋਲਡੀ ਬਰਾੜ ਦੀ ਸੀਗੀ, ਗੋਲਡੀ ਬਰਾੜ ਦੀ ਸਾਜ਼ਿਸ਼ ਸੀ, ਗੋਲਡੀ ਬਰਾੜ ਦੀ ਪਲੈਨਿੰਗ ਸੀ ਸਿੱਧੂ ਮੂਸੇਵਾਲੇ ਮਰਡਰ ਨੂੰ ਲੈ ਕੇ। ਲਗਾਤਾਰ ਜਿਹੜੇ ਹੈਗਾ ਇਸ ਤਰ੍ਹਾਂ ਦੀ ਚੀਜ਼ਾਂ ਸਾਹਮਣੇ ਆਈ, ਜਿਹਨੂੰ ਲੈ ਕੇ ਹੁਣ ਪੁਲਿਸ ਲਗਾਤਾਰ ਸਿਕੰਜਾ ਕੱਸਦੀ ਨਜ਼ਰ ਆ ਰਹੀ ਹੈ, ਲਗਾਤਾਰ ਪੁੱਛਗਿੱਛ ਕਈ ਚੀਜ਼ਾਂ ਸਾਹਮਣੇ ਆਣਗੀਆਂ। ਹਾਲਾਂਕਿ ਗੋਲਡੀ ਬਰਾੜ ਦੀ ਜਿਹੜੀ ਇਹ ਪੋਸਟ ਪਾਈ ਹੈ ਕਿ ਜਿਸ ਤਰ੍ਹਾਂ ਦੀ ਇਹ ਚੀਜ਼ਾਂ ਕਹੀਆਂ, ਹਾਲਾਂਕਿ ਹੁਣ ਪੁਲਿਸ ਇਹਦਾ ਜਿਹੜਾ ਪੁਲਿਸ ਦਾ IT ਸੈੱਲ ਹੈ, ਸਾਈਬਰ ਸੈੱਲ ਹੈ, ਉਹ ਵੀ ਹੁਣ ਇਹਦੇ ਵਿੱਚ ਲੱਗਿਆ ਹੈ। ਇਹ ਕਿੱਥੋਂ ਪੋਸਟ ਪਾਈ ਗਈ, ਇਹ ਕਿੱਥੋਂ IP ਜਿਹੜਾ ਐਡਰੈਸ ਹੈ ਤਾਂ ਇਹ ਕਿੱਥੋਂ ਆਇਆ, ਕਿਉਂਕਿ ਉਹ ਬੜੇ ਸ਼ਾਤਿਰ ਹੁੰਦੇ ਆ। ਫੇਸਬੁੱਕ ਪੋਸਟ ਪਾਉਣ ਤੋਂ ਬਾਅਦ ਉਹਦਾ ਸਕਰੀਨਸ਼ਾਟ ਲੈ ਕੇ ਉਹ ਫੇਸਬੁੱਕ ਪੋਸਟ ਡਿਲੀਟ ਕੀਤੀ ਜਾਂਦੀ ਹੈ ਕਿ IP ਐਡਰੈਸ ਦਾ ਨਾ ਪਤਾ ਚੱਲ ਸਕੇ ਜਾਂ ਫਿਰ ਕਿਸ ਤਰ੍ਹਾਂ ਤੱਕ ਉੱਥੇ ਤੱਕ ਨਾ ਪਹੁੰਚਣ ਸਕੇ। ਇਹ ਜਿਹੜਾ ਫੇਸਬੁੱਕ ਪੋਸਟ ਪਾ ਕੇ ਜਿਹੜਾ ਸਕਰੀਨਸ਼ਾਟ ਲੈ ਕੇ ਅੱਗੇ ਫਾਰਵਰਡ ਕਰਦੇ ਆ, ਤੇ ਇਹ ਜਿਹੜੀ ਪੋਸਟ ਆਈ ਹੈ ਉਹਨਾਂ ਨੇ ਫੋਟੋਆਂ ਵੀ ਸ਼ੇਅਰ ਕੀਤੀ ਹੈ। ਗੋਲਡੀ ਬਰਾੜ ਨੇ ਤਿੰਨਾਂ ਦੀ ਫੋਟੋਆਂ ਵੀ ਸ਼ੇਅਰ ਕੀਤੀ ਹੈ, ਦੀਪਕ ਮੁੰਡੀ ਦੀ ਸ਼ੇਅਰ ਕੀਤੀ ਹੈ, ਕਪਿਲ ਪੰਡਿਤ ਦੀ ਸ਼ੇਅਰ ਕੀਤੀ ਹੈ, ਰਾਜਿੰਦਰ ਜੋਕਰ ਦੀ ਸ਼ੇਅਰ ਕੀਤੀ ਹੈ ਕਿ ਇਹਨਾਂ ਨਾਲ ਧੱਕਾ ਨਾ ਕੀਤਾ ਜਾਵੇ, ਇਹਨਾਂ ਦੇ ਨਾਲ ਨਜਾਇਜ਼ ਨਾ ਕੀਤੀ ਜਾਵੇ, ਜਿਹੜੀ ਬੰਦੀ ਕਾਰਵਾਈ ਹੈ ਉਹ ਕੀਤੀ ਜਾਵੇ। ਇਹ ਸਾਫ਼ ਡਰ ਹੈਗਾ ਇਨਕਾਊਂਟਰ ਦਾ, ਸਾਫ਼ ਫੜਨ ਦਾ ਡਰ ਹੈ ਕਿ ਪੰਜਾਬ ਪੁਲਿਸ ਹੁਣ ਉੱਥੇ ਤੱਕ ਪਹੁੰਚ ਸਕਦੀ ਹੈ। ਅਰਸ਼ਦੀਪ ਜੀ ਬਿਲਕੁਲ ਮਨੋਜ, ਕਿਤੇ ਨਾ ਕਿਤੇ ਡਰ ਇਸ ਗੱਲ ਦਾ ਵੀ ਹੈ ਸ਼ਾਇਦ ਕਿ ਜਿਸ ਤਰੀਕੇ ਦੇ ਨਾਲ ਜਿਵੇਂ ਸਿੱਧੂ ਮੂਸੇਵਾਲਾ ਦੇ ਪਿਤਾ ਵੀ ਜ਼ਿਕਰ ਕਰ ਰਹੇ ਨੇ ਕਿ ਇਹਨਾਂ ਸ਼ੂਟਰਾਂ ਨੂੰ ਪੈਸੇ ਦੇ ਕੇ ਲਿਆਂਦਾ ਜਾਂਦਾ ਹੈ। ਅਸੀਂ ਦੇਖਿਆ ਪਿਛਲੇ ਦਿਨਾਂ 'ਚ ਇਹ ਚੀਜ਼ਾਂ ਵੀ ਸਾਹਮਣੇ ਆਈਆਂ ਕਿ ਪੈਸੇ ਦੇ ਕੇ ਰੈਕੀ ਕਰਵਾਈ ਗਈ ਜਾਂ ਪੈਸੇ ਦੇ ਲਈ ਰੈਕੀ ਕੀਤੀ। ਤਾਂ ਇਹ ਸਾਰੀਆਂ ਚੀਜ਼ਾਂ ਜਿਸ ਤਰੀਕੇ ਦੇ ਨਾਲ ਕਾਰਵਾਈ ਹੋ ਰਹੀ ਹੈ, ਉੱਥੋਂ ਕਿਤੇ ਨਾ ਕਿਤੇ ਇਹ ਵੀ ਡਰ ਹੈ ਕਿ ਸਾਨੂੰ ਇਹੋ ਜਿਹੇ ਬੰਦੇ ਕਿਰਾਏ ਤੇ ਵੀ ਸ਼ਾਇਦ ਨਹੀਂ ਮਿਲਣਗੇ ਇਸ ਤੋਂ ਬਾਅਦ, ਜਿਸ ਤਰੀਕੇ ਦੇ ਨਾਲ ਹੁਣ ਕਾਰਵਾਈ ਹੋ ਰਹੀ ਹੈ ਇਸ ਕੇਸ ਦੇ ਵਿੱਚ।
ਦੇਖੋ ਅਰਸ਼ਦੀਪ ਕਈ ਚੀਜ਼ਾਂ ਨੇ ਇਹਦੇ ਵਿੱਚ ਜਿਹੜੀ ਵੀ ਪੁੱਛਗਿੱਛ ਹੋਈ ਜਿਹੜਾ ਇਹ ਵਾਰਦਾਤ ਹੋਈ ਸੀ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਜਿਹੜੀ ਗ੍ਰਿਫਤਾਰੀ ਹੋਈ ਸੀ ਉਹ ਮਨਪ੍ਰੀਤ ਭਾਊ ਦੀ ਹੋਈ ਸੀ ਉੱਤਰਾਖੰਡ ਤੋਂ। ਉਹਦੀ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਇਆ ਕਿ ਜੇਲ੍ਹਾਂ 'ਚ ਬੈਠੇ ਜਿਹੜੇ ਸਿਰਾਜ ਮਿੰਟੂ ਹੈ ਮੰਨਾ ਹੈ ਉਹਨਾਂ ਦੇ ਕਹਿਣ ਤੇ ਗੱਡੀਆਂ ਮੁਹੱਈਆ ਕਰਾਈ। ਉਸ ਤੋਂ ਬਾਅਦ ਫਤਿਹਬਾਦ ਦੀ ਬਲੈਰੋ ਗੱਡੀ ਦਾ ਜ਼ਿਕਰ ਆਇਆ, ਉਹੀ ਬਲੈਰੋ ਗੱਡੀ ਜਿਹੜੇ ਯੂਜ਼ ਹੋਈ ਸੀ। ਬਲੈਰੋ ਗੱਡੀ ਤੋਂ ਬਾਅਦ ਪਵਨ ਗੁੱਜਰ ਨੂੰ ਅਰੈਸਟ ਕੀਤਾ, ਉਹਦੇ ਸਾਥੀ ਨੂੰ ਅਰੈਸਟ ਕੀਤਾ। ਇਹ ਸਾਰੀ ਚੀਜ਼ਾਂ ਉਸ ਤੋਂ ਬਾਅਦ ਜਿਹੜਾ ਹੈਗੇ ਸ਼ਾਰਪ ਸ਼ੂਟਰਸ ਨੂੰ ਅਰੈਸਟ ਕੀਤਾ ਤੇ ਇੱਕ ਗੱਲ ਨਿਕਲ ਕਰ ਸਾਹਮਣੇ ਆਈ ਕਿ ਪੈਸੇ ਦਾ ਲਾਲਚ ਦਿੱਤਾ ਜਾਂਦਾ ਹੈ, ਐਸ਼ ਪ੍ਰਸਤੀ ਦਾ ਲਾਲਚ ਦਿੱਤਾ ਜਾਂਦਾ ਹੈ, ਬੇਖੌਫ ਤਰੀਕੇ ਨਾਲ ਜੀਣ ਦਾ ਇਹ ਲਾਲਚ ਦਿੱਤਾ ਜਾਂਦਾ ਹੈ ਕਿ ਕੋਈ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਤੁਸੀਂ ਇੰਜੋਏ ਕਰੋ, ਤੁਸੀਂ ਪੈਸੇ ਜਿਹੜਾ ਹੈਗਾ ਕਮਾਓ, ਤੁਸੀਂ ਰੰਗਦਾਰੀ ਮੰਗੋ। 2-2 2.5 ਲੱਖ ਦੀ ਜਿਹੜੀ ਗੱਲ ਵੀ ਸਾਹਮਣੇ ਆਈ ਸੀ ਕਿ ਤੁਹਾਨੂੰ ਦੇਣਗੇ। ਇਹ ਕਈ ਚੀਜ਼ਾਂ ਇਸ ਦੇ ਵਿੱਚ ਜਿਹੜੀ ਸਾਹਮਣੇ ਆਈ ਸੀ ਜਿਹਨੂੰ ਲੈ ਕੇ ਹਾਲਾਂਕਿ ਹੁਣ ਜਿਹੜੇ ਵੀ ਨੌਜਵਾਨ ਨੇ ਇਹ ਸਾਰੇ ਕਮ ਏਜ ਦੇ ਹੈ, 18 ਸਾਲ 19 ਸਾਲ 20 ਸਾਲ ਇਹ ਇਸ ਏਜ ਦੇ ਸਾਰੇ ਮੁੰਡੇ ਹੈ। ਤੁਸੀਂ ਦੇਖਿਆ ਕਿ ਦੀਪਕ ਮੁੰਡੀ ਨੂੰ ਵੀ 20 ਸਾਲ ਦਾ ਮੁੰਡਾ ਹੈਗਾ, ਉਹਦੇ ਨਾਲ ਜਿਹੜੇ ਸਾਥੀ ਹੈ 21 22 ਸਾਲ ਦੇ 20 ਸਾਲ ਦੇ ਇਹ ਮੁੰਡੇ ਹੈਗੇ ਨੌਜਵਾਨ ਨੇ। ਅੰਕਿਤ ਸਿਰਸਾ ਸਭ ਤੋਂ ਘੱਟ ਏਜ ਦਾ ਇਹ ਮੁੰਡਾ ਸੀਗਾ, 18 ਸਾਲ ਦਾ ਨੌਜਵਾਨ ਸੀਗਾ। ਉਸ ਤੋਂ ਇਲਾਵਾ ਇਹ ਸਾਰੇ ਇਸੀ ਏਜ ਦੇ ਹੈ ਤੇ ਇਹਨਾਂ ਨੂੰ ਹੀ ਟਾਰਗੇਟ ਕੀਤਾ ਜਾਂਦਾ ਹੈ, ਇਹਨਾਂ ਨੂੰ ਹੀ ਲਾਲਚ ਦਿੱਤਾ ਜਾਂਦਾ ਹੈ। ਯੰਗਸਟਰਸ ਨੇ ਇਹਨਾਂ ਨੂੰ ਲਾਲਚ ਦਿੱਤਾ ਜਾਂਦਾ ਹੈ ਕਿ ਤੁਸੀਂ ਬੇਖੌਫ ਰਹੋ, ਤੁਸੀਂ ਸਾਡੀ ਗੈਂਗ ਜਿਹੜਾ ਹੈ ਉਹ ਸ਼ਾਮਿਲ ਹੋ, ਤੁਹਾਨੂੰ ਪੈਸੇ ਮਿਲਣਗੇ, ਤੁਹਾਨੂੰ ਸਾਰਿਆਂ ਨਾਲ ਤੁਸੀਂ ਤੁਹਾਡੇ ਤੋਂ ਡਰਾਂਗੇ। ਇਹ ਸਾਰੀ ਚੀਜ਼ਾਂ ਨੂੰ ਲੈ ਕੇ ਲੇਕਿਨ ਹੁਣ ਇਹਦਾ ਜਿਹੜਾ ਅੰਜਾਮ ਹੁੰਦਾ ਇਹਦਾ ਜਿਹੜਾ ਹਸ਼ਰ ਹੁੰਦਾ ਉਹ ਅਰਸ਼ਦੀਪ ਸਾਹਿਬ ਦੇ ਸਾਹਮਣੇ ਹੈ ਕਿ ਲਾਸਟ 'ਚ ਹੁੰਦਾ ਕੀ ਹੈ, ਜਾਂ ਫਿਰ ਇਨਕਾਊਂਟਰ ਹੋਏਗਾ ਜਾਂ ਫਿਰ ਹੁਣ ਸਾਰੀ ਉਮਰ ਜਿਹੜਾ ਹੈ ਬਾਉਮਰ ਉਹ ਜੇਲ੍ਹ 'ਚ ਰਹਿਣਗੇ। ਇਹਦਾ ਜਿਹੜਾ ਹਸ਼ਰ ਹੁੰਦਾ ਇਹਦਾ ਜਿਹੜਾ ਅੰਜਾਮ ਹੁੰਦਾ ਹੈ ਇਹ ਨਹੀਂ ਹੁੰਦਾ ਕਿ ਕਿਸੇ ਕਦੇ ਫੜੇ ਨਹੀਂ ਜਾਣਗੇ, ਚਾਹੇ ਟਾਈਮ ਲੱਗਦਾ ਹੈ, ਚਾਹੇ ਮਹੀਨਾ 15 ਦਿਨ, ਲੇਕਿਨ ਜਦ ਫੜੇ ਜਾਣਗੇ ਤਾਂ ਸਾਰੀ ਉਮਰ ਤੁਹਾਡੀ ਖਤਮ, ਪੂਰੀ ਉਮਰ ਤੁਸੀਂ ਜੇਲ੍ਹ 'ਚ ਰਹਿਣਾ ਹੈ। ਬਿਲਕੁਲ ਤਾਂ ਡਰ ਕਿਤੇ ਨਾ ਕਿਤੇ ਹੁਣ ਨਜ਼ਰ ਆ ਰਿਹਾ ਹੈ ਇਸ ਪੋਸਟ ਦੇ ਵਿੱਚ ਵੀ ਤੇ ਅਗਲਾ ਟਾਰਗੇਟ ਕਿਤੇ ਨਾ ਕਿਤੇ ਗੋਲਡੀ ਬਰਾੜ ਹੈ। ਗੋਲਡੀ ਬਰਾੜ ਤੇ ਸ਼ਿਕੰਜਾ ਕਸਣ ਦੀ ਪੁਲਿਸ ਤਿਆਰੀ ਦੇ ਵਿੱਚ ਹੈ, ਲਗਾਤਾਰ ਉਸ ਦੀ ਭਾਲ ਕੀਤੀ ਜਾ ਰਹੀ ਹੈ। ਰੈੱਡ ਕਾਰਨਰ ਨੋਟਿਸ ਵੀ ਪਿਛਲੇ ਦਿਨਾਂ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਸੀ। ਸ਼ੁਕਰੀਆ ਮਨੋਜ ਪੂਰੀ ਜਾਣਕਾਰੀ ਦੇ ਲਈ। ਦੀਪਕ ਮੁੰਡੀ ਤੇ ਉਸਦੇ 2 ਸਾਥੀ ਗ੍ਰਿਫਤਾਰ ਹੋ ਚੁੱਕੇ ਨੇ, ਥੋੜੀ ਦੇਰ ਦੇ ਵਿੱਚ ਉਹਨਾਂ ਨੂੰ ਮੈਡੀਕਲ ਕਰਾ ਕੇ ਅਦਾਲਤ ਦੇ ਵਿੱਚ ਪੇਸ਼ ਕੀਤਾ ਜਾਵੇਗਾ। ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।